ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਲੋਕ ਹਰ ਰੋਜ਼ ਰਾਣੀ ਨੂੰ ਘਰ ਦੇ ਬੂਹੇ ਵਿੱਚ ਬੈਠਿਆਂ ਆਪਣੇ ਸ਼ਰਾਬੀ ਪੁੱਤ ਨੂੰ ਉਡੀਕਦਿਆਂ ਦੇਖਦੇ। ਉਸ ਦਾ ਨਸ਼ੇੜੀ ਪੁੱਤ ਦੇ ਘਰ ਪਰਤਣ ਤੋਂ ਪਹਿਲਾਂ ਉਸ ਦਾ ਤਕਰੀਬਨ ਹਰ ਰੋਜ਼ ਦਾ ਕੰਮ ਹੁੰਦਾ ਤੇ ਉਹਦੇ ਘਰ ਪਰਤਣ ਬਾਅਦ ਵੀ ਹਰ ਰੋਜ਼ ਕਹਾਣੀ ਉਹਨਾਂ ਦੇ ਆਂਢ ਗੁਆਂਢ ਵਾਸਤੇ ਲੋਕਾਂ ਲਈ ਕੋਈ ਨਵੇਲੀ ਗੱਲ ਨਹੀਂ ਸੀ, ਸਗੋਂ ਸਭ ਆ ਪੱਕੇ ਪਏ ਸੀ। ਮਾਂ ਪੁੱਤ ਦੇ ਹਰ ਰੋਜ਼ ਦੇ ਕੁੱਤੇਖਾਨੇ ਤੋਂ ਅਮਨ ਰਾਣੀ ਦਾ ਪੁੱਤਰ ਸਿਰੇ ਦਾ ਸ਼ਰਾਬੀ ਸੀ, ਜੋ ਕਿਸੇ ਸਮੇਂ ਕਾਲਜ ਦਾ ਹਾਕੀ ਟੌਪਰ ਖਿਡਾਰੀ ਹੋਇਆ ਕਰਦਾ ਸੀ। ਛੋਟੀ ਉਮਰੇ ਹੀ ਅਮਨ ਨੇ ਕਈ ਅੰਤਰ ਜ਼ਿਲ੍ਹਾ ਤੇ ਰਾਸ਼ਟਰੀ ਮੈਚਾਂ ਵਿੱਚ ਆਪਣਾ ਨਾਂ ਦਾ ਸਿੱਕਾ ਜਮਾਇਆ ਸੀ। ਕਿੰਨੀਆਂ ਕੁੜੀਆਂ ਉਹਦੇ ਸੋਹਣੇ ਚਿਹਰੇ ਤੇ ਉਹਦੀਆਂ ਖੇਡਾਂ ਮਰਲਾਂ ਕਾਰਨ ਉਹਦੇ ਸੁਪਨੇ ਦੇਖਿਆ ਕਰਦੀਆਂ ਸਨ, ਪਰ ਖੇਡ ਦੌਰਾਨ ਉਸਨੂੰ ਨਸ਼ਿਆਂ ਦੀ ਲੱਤ ਲੱਗ ਗਈ ਸੀ, ਜਿਸ ਨੇ ਉਸਨੂੰ ਸਾਰੀ ਜ਼ਿੰਦਗੀ ਵਾਸਤੇ ਨਕਾਰਾ ਕਰ ਦਿੱਤਾ ਸੀ। ਵਿਚਾਰੀ ਰਾਣੀ ਦੀ ਕਿਸਮਤ ਪਤਾ ਨਹੀਂ ਰੱਬ ਨੇ ਕਿਹੜੀ ਸ਼ਾਹੀ ਨਾਲ ਲਿਖੀ ਸੀ, ਜੋ ਉਸਦੀ ਸਾਰੀ ਜ਼ਿੰਦਗੀ ਕਾਲਾ ਸਿਆਹ ਹਨੇਰ ਬਣਾ ਗਈ। 5 ਭਰਾਵਾਂ ਦੀ ਵੱਡੀ ਭੈਣ, ਜਿਸ ਨੇ ਆਪਣੇ ਤੇਜ਼ ਦਿਮਾਗ ਲਗਨ ਸਦਕਾ ਵਜ਼ੀਫਾ ਹਾਸਲ ਕਰਕੇ BA ਤੱਕ ਦੀ ਪੜ੍ਹਾਈ ਕੀਤੀ ਸੀ। ਰਿਜ਼ਲਟ ਆਉਣ ਤੋਂ ਪਹਿਲਾਂ ਹੀ ਇੱਕ ਵਧੀਆ ਘਰ ਵਕੀਲ ਮੁੰਡੇ ਨਾਲ ਵਿਆਹ ਕਰਵਾ ਕੇ ਰਾਣੀ ਸਹੁਰੇ ਘਰ ਆ ਗਈ ਸੀ। ਹੱਥਾਂ ਦੀ ਮਹਿੰਦੀ ਉਤਰਨ ਤੋਂ ਪਹਿਲਾਂ ਹੀ ਉਸ 'ਤੇ ਚਾਹ ਉਤਰ ਗਏ। ਵਕੀਲ ਪਤੀ ਨੂੰ ਨਾ ਕੇਵਲ ਸ਼ਰਾਬ ਪੀਣ ਦੀ ਮਾੜੀ ਆਦਤ ਸੀ, ਬਲਕਿ ਸੁਭਾਅ ਪੱਖੋਂ ਵੀ ਗੁੱਸੇਲ ਬਦਮਿਜਾਜ ਸੀ। ਗੱਲ ਗੱਲ ਤੇ ਗਾਲੀ ਗਲੋਚ ਮਾਰ ਪਟਾਈ ਇਹੀ ਜ਼ਿੰਦਗੀ ਬਣ ਗਈ ਸੀ। ਬਿਮਾਰ ਮਾਂ ਕੋਲ ਢਿੱਡ ਫੋਲਣ ਦੀ ਹਿੰਮਤ ਨਾ ਪੈਂਦੀ ਤੇ ਪਿਓ ਤੇ ਭਰਾ ਪਹਿਲਾਂ ਹੀ ਆਪਣੇ ਆਪ ਵਿੱਚ ਮਸਤ ਰਹਿੰਦੇ ਸਨ। ਵਕੀਲ ਪਤੀ ਨੇ ਆਪਣੀ ਪਹੁੰਚ ਸਦਕਾ ਉਸਨੂੰ ਵਧੀਆ ਸਕੂਲ ਅਧਿਆਪਕ ਦੀ ਨੌਕਰੀ ਲਗਾ ਦਿੱਤਾ, ਪਰ ਉਸ ਲਈ ਸਾਰਾ ਦਿਨ ਕਿਸੇ ਮਜ਼ਦੂਰ ਵਾਂਗ ਟੁੱਟ ਮਰਨ ਵਾਂਗ ਹੀ ਸੀ। ਪਤੀ ਦੀ ਕਮਾਈ ਦੇ 10 ਰੁਪਏ ਵੀ ਕਦੇ ਦੇਖਣੇ ਨਸੀਬ ਨਹੀਂ ਸੀ ਹੋਏ ਤੇ ਹੁਣ ਮਹੀਨਾ ਬਾਅਦ ਮਿਲਣ ਵਾਲੀ ਤਨਖਾਹ ਵੀ ਪਤੀ ਦੀ ਜੇਬ 'ਚ ਜਾਣ ਲੱਗੀ। 3 ਸਾਲ 'ਚ ਰਾਣੀ 2 ਬੱਚਿਆਂ ਦੀ ਮਾਂ ਬਣ ਚੁੱਕੀ ਸੀ। ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਸੀ। ਬਸ ਬੱਚਿਆਂ ਦਾ ਚਿਹਰਾ ਦੇਖੋ, ਬਾਕੀ ਦੁਸ਼ਵਾਰੀਆਂ ਦੀ ਚੋਟ ਥੋੜੀ ਘਟ ਗਈ ਸੀ। ਸਮਾਂ ਆਪਣੀ ਰਫ਼ਤਾਰ ਚੱਲਦਾ ਗਿਆ। ਧੀ 10 ਸਾਲਾਂ ਦੀ ਹੋ ਰਹੀ ਸੀ ਤੇ ਪੁੱਤ ਨੂੰ 8ਵਾਂ ਸਾਲ ਪੂਰਾ ਹੋ ਰਿਹਾ ਸੀ। ਇੱਕ ਦਿਨ ਰਾਣੀ ਸਕੂਲ ਤੋਂ ਘਰ ਪਰਤੀ ਤਾਂ ਧੀ ਦੇ ਕਮਰੇ ਦਾ ਬੰਦ ਦਰਵਾਜ਼ਾ ਦੇਖ ਕੇ ਠੰਡਰਾ ਗਈ। ਵਾਰ-ਵਾਰ ਬੂਹਾ ਖੜਕਾਉਣ ਤੇ ਵੀ ਜਦ ਬੂਹਾ ਨਾ ਖੁੱਲ੍ਹਾ ਤਾਂ ਉਸਨੇ ਆਂਢ ਗੁਆਂਢ ਤੋਂ ਕਿਸੇ ਨੂੰ ਬੁਲਾ ਕੇ ਦਰਵਾਜ਼ਾ ਤੜਵਾਇਆ ਤੇ ਸਾਹਮਣੇ ਬਾਲੜੀ ਧੀ ਦੀ ਲੋਥ ਨੂੰ ਪੱਖੇ ਨਾਲ ਲਟਕਦਿਆਂ ਦੇਖ ਬੂਹੇ ਵਿੱਚ ਚੂਫਾਲ ਡਿੱਗ ਪਈ। ਹੋਸ਼ ਨਾ ਆਉਣ ਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਹੋਸ਼ ਪਰਤਣ ਤੋਂ ਪਹਿਲਾਂ ਹੀ ਧੀ ਸਿਵੇ ਦੀ ਰਾਖ ਬਣ ਗਈ। ਰੋ ਅਦਮੋਹੀ ਹੋ ਗਈ ਸੀ ਰਾਣੀ ਤੇ ਉਸਦਾ ਪੁੱਤ ਵੀ ਭੈਣ ਤੋਂ ਬਾਅਦ ਝੱਲਾ ਜਿਹਾ ਹੋ ਗਿਆ ਸੀ। ਧੀ ਦੀ ਮੌਤ ਦੇ ਬਾਅਦ 6 ਮਹੀਨਿਆਂ ਵਿੱਚ ਹੀ ਰਾਣੀ ਦਾ ਪਤੀ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ। ਆਂਢ ਗੁਆਂਢ ਬੜੀਆਂ ਹਾਹਾਕਾਰ ਮਚੀ ਕਿ ਰੱਬ ਨੇ ਕਿੱਡਾ ਕਹਿਰ ਕਮਾਇਆ ਸੀ, ਪਰ ਰਾਣੀ ਨੇ ਅੱਖੋਂ ਇੱਕ ਹੰਝੂ ਨਾ ਕੇਰੀ। ਲੋਕਾਂ ਨੂੰ ਲੱਗਾ ਕਿ ਦੁੱਖ ਨੇ ਉਸਦਾ ਦਿਮਾਗ ਹਿਲਾ ਦਿੱਤਾ। ਵਿਚਾਰੀ ਕਮਲੀ ਹੋ ਗਈ ਹੈ। ਹੌਲੀ ਹੌਲੀ ਸਮੇਂ ਦੇ ਨਾਲ ਜ਼ਿੰਦਗੀ ਫੇਰ ਰੀਂਗਣ ਲੱਗੀ। ਰਾਣੀ ਕੱਲੀ ਤੇ ਸਾਰੇ ਘਰ ਤੋਂ ਅਮਨ ਦੀ ਪਰਵਰਿਸ਼ ਦੀ ਗਾਜ ਡਿੱਗ ਪਈ ਸੀ, ਜੋ ਉਸਨੇ ਦਿਨ ਰਾਤ ਮਿਹਨਤ ਕਰਕੇ ਸੰਭਾਲ ਲਈ। ਅਮਨ ਦਾ ਕਾਲਜ ਜਾਣਾ ਸ਼ੁਰੂ ਹੋਇਆ ਤਾਂ ਉਸਨੇ ਆਪਣੇ ਆਪ ਨੂੰ ਖੇਡ ਵਿੱਚ ਵਿਅਸਤ ਕਰ ਲਿਆ ਸੀ। ਕਈ ਮੱਲਾਂ ਮਾਰਨ ਵਾਲੇ ਅਮਨ ਨੂੰ ਆਪ ਪਤਾ ਨਹੀਂ ਲੱਗਾ ਕਿ ਕਦੇ ਉਹ ਆਪ ਨਸ਼ਿਆਂ ਦੇ ਡੁੱਬ ਖੂਹ ਵਿੱਚ ਜਾ ਡਿੱਗਾ। ਮਾਂ ਨੂੰ ਜਦ ਪਤਾ ਲੱਗਾ ਤਾਂ ਉਸਨੇ ਅਮਨ ਨੂੰ ਹੋਰ ਅੱਗੋਂ ਪੜ੍ਹਾਉਣ ਦੀ ਥਾਂ ਆਪਣੇ ਵੱਖ ਇੱਕ ਬਿਜ਼ਨਸਮੈਨ ਕੋਲ ਕਲਰਕ ਲਗਾ ਦਿੱਤਾ। ਉਸਨੂੰ ਜ਼ਿੰਮੇਵਾਰੀ ਸਿਖਾਉਣ ਲਈ ਹਲਕੀ ਉਮਰ ਦੇ ਅਮਨ ਲਈ ਇੱਕ ਪੜ੍ਹੀ ਲਿਖੀ ਸੁਨੱਖੀ ਕੁੜੀ ਲੱਭ ਕੇ ਉਸਨੂੰ ਵਿਆਹ ਦਿੱਤਾ। ਸਦੀਆਂ ਤੋਂ ਦੁੱਖਾਂ ਨਾਲ ਹੰਭੇ ਘਰ ਵਿੱਚ ਇੱਕ ਵਾਰ ਫੇਰ ਖੁਸ਼ੀਆਂ ਝਾਂਜਰ ਨੱਚੀਆਂ। ਰਾਣੀ ਵਾਂਗ ਹੀ ਉਸਦੀ ਨੂੰਹ ਰੂਬੀ 2 ਸਾਲ ਵਿੱਚ 2 ਜੁੜਵੇਂ ਬੱਚਿਆਂ ਦੀ ਮਾਂ ਬਣ ਗਈ। ਘਰ ਵਿੱਚ ਖੁਸ਼ੀਆਂ ਨੇ ਮੋਹਰਾਂ ਮੋੜੀਆਂ ਹੀ ਸੀ, ਪਰ ਰਾਣੀ ਦੀ ਤਰ੍ਹਾਂ ਨੂੰਹ ਵੀ ਕਿਸਮਤ ਦੀ ਜੂਏ ਤੋਂ ਸ਼ਿਕਾਰ ਹੋਣ ਵਾਲੀ ਸੀ। ਪਤਾ ਨਹੀਂ ਕਿਸ ਚੰਦਰੀ ਨਜ਼ਰ ਨੇ ਡੰਗ ਲਈ ਸੀ ਰਾਣੀ ਦੀ ਕਿਸਮਤ। ਅਮਨ ਦੀ ਨਸ਼ੇ ਦੀ ਆਦਤ ਨੇ ਉਸਨੂੰ ਹੁਣ ਘਰ ਦੀਆਂ ਚੀਜ਼ਾਂ ਵੇਚਣ ਦਾ ਦਿੱਤਾ। ਰਾਣੀ ਤੋਂ ਉਲਟ ਰੂਬੀ ਆਪਣੇ ਪਤੀ ਦੀ ਮਾੜੀ ਆਦਤਾਂ ਤੇ ਉਸ ਨਾਲ ਲੜਦੀ ਭਖਦੀ, ਕਦੇ ਉਸਨੂੰ ਮਨਾਉਂਦੀ ਨਸ਼ਾ ਛੁਡਾਊ ਕੇਂਦਰ ਲਿਜਾਣ ਵਾਸਤੇ, ਪਰ ਸ਼ਾਇਦ ਕਾਫੀ ਦੇਰ ਹੋ ਚੁੱਕੀ ਸੀ। ਅਮਨ ਨੂੰ ਨਸ਼ੇ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਚਾਹੀਦਾ।
ਜਦ ਕੰਗਾਲੀ ਨੇ ਜੇਬਾਂ ਵਿੱਚੋਂ ਨਿਕਲ ਕੇ ਘਰ ਦੀਆਂ ਕੰਧਾਂ ਨੂੰ ਖਾਣ ਲੱਗੀ ਤਾਂ ਮਜਬੂਰ ਹੋ ਕੇ ਅਮਨ ਬਾਕੀ ਨਸ਼ੇ ਛੱਡ ਕੇ ਸ਼ਰਾਬ ਪੀਣ ਦਾ ਆਦੀ ਹੋ ਗਿਆ। ਘਰ ਵਿੱਚ ਮਾਂ ਪਤਨੀ ਦੇ ਲਾਚਾਰ ਬੱਚੇ ਬੇਵੱਸ ਹੋ ਕੇ ਦਿਨ ਕੱਟੀ ਕਰਦੇ। ਰੂਬੀ ਬਹੁਤ ਤੜਫਦੀ ਰੋਂਦੀ ਵਿਲਕਦੀ ਪਰ ਕੁਝ ਵੀ ਨਾ ਬਦਲ ਸਕੀ। ਆਪਣੇ ਬੱਚਿਆਂ ਦੇ ਮੂੰਹ ਨੂੰ 2 ਵਕਤ ਨਿਵਾਲਾ ਦੇਣਾ ਔਖਾ ਹੋ ਗਿਆ ਸੀ। ਉਸ ਲਈ ਉੱਤੋਂ ਅਮਨ ਦੀ ਹਾਲਤ ਇਹ ਸੀ ਕਿ ਨੌਕਰੀਓਂ ਜਵਾਬ ਮਿਲ ਚੁੱਕਾ ਸੀ। ਸ਼ਰਾਬ ਜੋਗੇ ਪੈਸੇ ਕਮਾਉਣ ਲਈ ਕਦੇ ਕਿਤੇ ਦਿਹਾੜੀ ਲਗਾ ਲੈਂਦਾ, ਕਦੇ ਕਿਤੇ ਨਸ਼ੇ ਨਾਲ ਡਿੱਗੇ ਨੂੰ ਕਦੇ ਕੋਈ ਘਰ ਛੱਡ ਜਾਂਦਾ, ਕਦੇ ਕਿਸੇ ਸੜਕ ਗਲੀ ਡਿੱਗਾ ਰਹਿੰਦਾ। ਸ਼ਰਾਬ ਦੇ ਨਸ਼ੇ ਵਿੱਚ ਬਿਸਤਰ ਤੇ ਹੀ ਉਸਦਾ ਪਿਸ਼ਾਬ ਨਿਕਲ ਜਾਂਦਾ। ਨਿੱਕੇ ਨਿੱਕੇ ਬੱਚੇ ਤੇ ਪਤੀ ਦੇ ਹਾਲਤ ਗੁਲਾਬ ਤੇ ਫੁੱਲ ਵਰਗੀ ਰੂਬੀ ਵਿਆਹ 5 ਸਾਲ ਵਿੱਚ ਹੀ ਅੱਧ ਧੜ ਲੱਗਣ ਲੱਗ ਪਈ। ਧੀ ਦੇ ਬੱਚਿਆਂ ਦੀ ਹਾਲਤ ਤਰਸ ਖਾ ਕੇ ਰੂਬੀ ਦੇ ਮਾਪਿਓ ਉਸਨੂੰ ਆਪਣੇ ਨਾਲ ਵਾਪਸ ਲੈ ਗਏ। ਬੜਾ ਤੜਫੀ ਰਾਣੀ ਪਰ ਉਸਦੇ ਹੱਥ ਕੁਝ ਵੀ ਨਹੀਂ ਸੀ। ਘਰ ਦੀਆਂ ਚੀਜ਼ਾਂ ਬਾਅਦ ਘਰ ਦੇ ਜੀਅ ਵੀ ਘਰੋਂ ਬਾਹਰ ਹੋ ਗਏ ਸੀ। ਰਹਿ ਗਏ ਸੀ ਤਾਂ ਲੇਖਾਂ ਹੱਥੋਂ ਹਾਰੀ ਰਾਣੀ ਤੇ ਸ਼ਰਾਬੀ ਪੁੱਤ। ਅਮਨ ਹੋਰ ਸ਼ਰਾਬ ਪੀਣ ਲੱਗ ਪਿਆ ਸੀ। ਪੈਸੇ ਨਾ ਹੁੰਦੇ ਤਾਂ ਮਾਂ ਨਾਲ ਲੜਦਾ, ਕਦੇ ਕਦੀ ਤਾਂ ਮਾਂ ਦੇ ਹੱਥ ਵੀ ਚੱਕ ਦਿੰਦਾ। ਰਾਣੀ ਦੀ ਦੁਰਦਸ਼ਾ ਹੋਰ ਵੱਧ ਗਈ। ਆਪਣੀ ਪੈਨਸ਼ਨ ਵਿੱਚੋਂ ਘਰ ਦਾ ਖਰਚਾ ਕਰਨਾ, ਸ਼ਰਾਬੀ ਪੁੱਤ ਨੂੰ ਪੈਸੇ ਦੇਣੇ, ਉੱਤੋਂ ਉਸਨੂੰ ਅੱਧੀ ਰਾਤ ਤੱਕ ਉਸਨੂੰ ਰੋਟੀ ਪਾਣੀ ਬਣਾ ਕੇ ਦੇਣਾ। ਜਦ ਸ਼ਰਾਬ ਉਤਰਦੀ ਤਾਂ ਰਾਣੀ ਉਸਨੂੰ ਬੜਾ ਸਮਝਾਉਂਦੀ ਤੇ ਅਮਨ ਬਿਲਕੁਲ ਬੱਚੇ ਵਾਂਗ ਸਿਰ ਸੁੱਟੀ ਗੱਲ ਵੀ ਨਾ ਸੁਣਦਾ। ਪਰ ਸ਼ਰਾਬ ਪੀ ਕੇ ਪਤਾ ਨਹੀਂ ਉਸ ਵਿੱਚ ਕਿਹੜਾ ਭੂਤ ਵੜ ਜਾਂਦਾ। ਮਾਂ ਨੂੰ ਗਾਲਾਂ ਕੱਢਦਾ, ਮਾਰਦਾ ਕੁੱਟਦਾ, ਆਪਣੀ ਤੀਵੀਂ ਤੇ ਬੱਚਿਆਂ ਦੇ ਜਾਣ ਲਈ ਉਸਨੂੰ ਜ਼ਿੰਮੇਵਾਰ ਦੱਸਦਾ ਤੇ ਬਹੁਤ ਮਾੜਾ ਵਰਤਾਓ ਕਰਦਾ। ਇਹ ਹੁਣ ਹਰ ਰੋਜ਼ ਦਾ ਕੰਮ ਸੀ। ਸ਼ੁਰੂ ਵਿੱਚ ਲੋਕ ਰਾਣੀ ਤੇ ਤਰਸ ਖਾਂਦੇ, ਅਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ, ਪਰ ਦੋਵੇਂ ਮਾਂ ਪੁੱਤ ਦਾ ਕਲੇਸ਼ ਚੀਂਗ ਚੰਗਾੜਾ ਹੁਣ ਆਂਢ ਗੁਆਂਢ ਲਈ ਵੱਡੀ ਸਿਰਦਰਦੀ ਬਣ ਗਿਆ ਸੀ। ਜੋ ਰਾਣੀ ਨੂੰ ਸਮਝਾਉਂਦੇ ਕਿ ਇੱਕ ਵਾਰ ਅਮਨ ਦੀ ਪੁਲਿਸ ਕੋਲ ਸ਼ਿਕਾਇਤ ਕਰਦੇ ਤਾਂ ਮਾਂ ਦੀ ਮਮਤਾ ਵਿੱਚ ਆ ਜਾਂਦੀ। ਆਕੇ ਲੋਕਾਂ ਨੇ ਉਹਨਾਂ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ। ਤੇ ਰਾਣੀ ਰੋਂਦੀ ਕਰਲਾਉਂਦੀ ਤਾਂ ਕੋਈ ਚੁੱਪ ਕਰਾਉਣ ਨਾ ਜਾਂਦਾ। ਸਾਰਾ ਦਿਨ ਆਪਣੇ ਵਿਰਧ ਸਰੀਰ ਨੂੰ ਧੂੰਦੀ, ਘਰ ਦਾ ਕੰਮ ਕਰਦੀ, ਕਦੇ ਗੀਤਾ ਪੜ੍ਹਨ ਬਹਿ ਜਾਂਦੀ, ਕਦੇ ਡਾਇਰੀ ਜਿਹੀ ਤੇ ਸਿਰ ਸੁੱਟੀ ਲਿਖਦੀ ਰਹਿੰਦੀ। ਰਾਣੀ ਦੀ ਹਾਲਤ ਬੜੀ ਤਰਸਣਯੋਗ ਬਣ ਗਈ ਸੀ। ਜਿਸ ਉਮਰ ਵਿੱਚ ਬੰਦਾ ਬੱਚਿਆਂ ਦੇ ਸਿਰ ਤੇ ਆਰਾਮ ਨਾਲ ਬੈਠ ਕੇ ਰੱਬ ਨੂੰ ਧਿਆਉਂਦਾ ਹੈ, ਉਸ ਉਮਰ ਵਿੱਚ ਰਾਣੀ ਨੂੰ ਨਾ ਤਾਂ ਦਿਨ ਨੂੰ ਟਿਕਾ ਮਿਲਦਾ ਨਾ ਰਾਤ ਨੂੰ ਸੌਣ। ਅੱਧੀ ਰਾਤ ਨੂੰ ਰਾਣੀ ਦਾ ਸ਼ਰਾਬੀ ਪੁੱਤ ਉਸਦੀਆਂ ਰੋਟੀਆਂ ਬਣਵਾ ਕੇ ਖਾਂਦਾ, ਕਦੇ ਕੁੱਟਦਾ ਮਾਰਦਾ। ਇਹ ਹਰ ਰੋਜ਼ ਦਾ ਕੰਮ ਸੀ। ਘਰਵਾਲੀ ਨੂੰ ਯਾਦ ਕਰਦਿਆਂ ਉੱਚੀ ਆਵਾਜ਼ਾਂ ਮਾਰਦਾ। ਸਾਰਾ ਮਹੱਲਾ ਉਹਨਾਂ ਤੋਂ ਰੱਜ ਕੇ ਦੁਖੀ ਹੋਇਆ ਪਿਆ ਸੀ। ਕਦੇ ਅਮਨ ਉੱਚੀ ਗਾਲਾਂ ਕੱਢਦਾ, ਕਦੇ ਰਾਣੀ ਉੱਚੀ ਚੀਕਦੀ ਵੈਣ ਪਾਉਂਦੀ, ਪਰ ਨਾ ਕੋਈ ਬੰਦਾ ਸੁਣਦਾ ਨਾ ਹੀ ਰੱਬ ਸੁਣਦਾ। ਕੱਲ ਰਾਤ ਵੀ ਪਤਾ ਨਹੀਂ ਕਿਉਂ ਦੋਵੇਂ ਮਾਂ ਪੁੱਤ ਅੱਧੀ ਰਾਤ ਤੱਕ ਚੀਂਗ ਚੰਗਾੜਾ ਪਾਉਂਦੇ ਰਹੇ ਸੀ। ਪਰ ਅੱਜ ਧੁੱਪ ਸਿਰ ਤੱਕ ਚੜ੍ਹ ਆਈ ਸੀ, ਪਰ ਦੋਵਾਂ ਦੇ ਕਲੇਸ਼ ਦੀ ਦੁਬਾਰਾ ਆਵਾਜ਼ ਨਹੀਂ ਸੀ ਸੁਣੀ। ਦੁਪਹਿਰ ਦਾ 1:15 ਵੱਜਾ। ਅਮਨ ਦੀ ਅੱਖ ਖੁੱਲੀ, ਉੱਬੜ ਵਾਏ ਉੱਠਿਆ, ਦਿਮਾਗ ਦਰਦ ਨਾਲ ਫਟ ਰਿਹਾ ਸੀ। ਆਸ-ਪਾਸ ਖਿਲਾਰੇ ਸਮਾਨ ਤੋਂ ਝਲਕ ਮਿਲ ਰਹੀ ਸੀ ਕਿ ਰਾਤ ਦੇ ਕਲੇਸ਼ ਦੀ, ਪਰ ਕੋਈ ਗੱਲ ਯਾਦ ਨਹੀਂ ਸੀ ਕਿਉਂਕਿ ਕੱਲ ਵੋਟਾਂ ਵਾਲਿਆਂ ਤੋਂ ਮੁਫਤ ਮਿਲੀ ਸ਼ਰਾਬ ਉਸਨੇ ਰੱਜ ਕੇ ਪੀਤੀ ਸੀ ਤੇ ਬੇਸੁਰਤੀ ਵਿੱਚ ਉਸਨੂੰ ਪਤਾ ਹੀ ਨਹੀਂ ਸੀ ਕੀ ਹੋਇਆ। ਰਸੋਈ ਵਿੱਚ ਗਿਆ ਤਾਂ ਦੇਖਿਆ ਅੱਜ ਮਾਂ ਨੇ ਕੁਝ ਨਹੀਂ ਸੀ ਬਣਾਇਆ। ਮਾਂ ਤਾਂ ਵਿਹੜੇ ਵਿੱਚ ਵੀ ਨਹੀਂ ਸੀ, ਨਾ ਛੱਤ ਤੇ ਸੀ। ਅਮਨ ਨੂੰ ਅਣਚੇਤ ਦਿਲ ਨੂੰ ਖੋਹ ਜਿਹੀ ਪੈਣ ਲੱਗੀ। ਯਾਦ ਆਉਣ ਲੱਗਾ ਕਿ ਮਾਂ ਉਸ ਤੋਂ ਤੰਗ ਆ ਕੇ ਘਰ ਛੱਡ ਜਾਣ ਮਰਨ ਦੀਆਂ ਗੱਲਾਂ ਕਰਦੀ ਹੁੰਦੀ ਸੀ। ਪੂਜਾ ਵਾਲੇ ਕਮਰੇ ਵਿੱਚ ਜਾ ਕੇ ਦੇਖਿਆ, ਕ੍ਰਿਸ਼ਨ ਜੀ ਦੀ ਮੂਰਤੀ ਅੱਗੇ ਮਾਂ ਦੀ ਡਾਇਰੀ ਖੁੱਲੀ ਪਈ ਸੀ, ਜਿਸ ਨੂੰ ਮਾਂ ਸਦਾ ਉਸ ਤੋਂ ਛੁਪਾ ਕੇ ਲਿਖਦੀ ਹੁੰਦੀ ਸੀ ਤੇ ਉਸਨੂੰ ਕਦੇ ਸ਼ਰਾਬ ਤੋਂ ਬਿਨਾਂ ਕੋਈ ਹੋਰ ਚੀਜ਼ ਵਿੱਚ ਦਿਲਚਸਪੀ ਨਹੀਂ ਰਹੀ। ਉਸਨੇ ਦੌੜ ਕੇ ਡਾਇਰੀ ਨੂੰ ਚੁੱਕ ਲਈ ਤੇ ਡਾਇਰੀ ਦਾ ਕਾਫੀ ਭਰੀ ਹੋਈ ਸੀ, ਪਰ ਅਮਨ ਨੇ ਅਖੀਰਲੇ 2 ਵਰਕਿਆਂ ਨੂੰ ਫਟਾਫਟ ਪੜ੍ਹਨਾ ਸ਼ੁਰੂ ਕੀਤਾ। ਘਬਰਾਹਟ ਵਧਣ ਲੱਗੀ, ਦਿਲ ਬੰਨ੍ਹ ਕੇ ਪੜ੍ਹਨਾ ਸ਼ੁਰੂ ਕੀਤਾ। ਅੱਜ ਮੈਨੂੰ ਧਰਤੀ ਵੇਲ ਨਹੀਂ ਦਿੰਦੀ, ਹਰ ਰਾਖਸ਼ ਬਣੀ ਮੂੰਹ ਅੱਡੀ ਮੈਨੂੰ ਨਿਗਲ ਨੂੰ ਤਿਆਰ ਖੜੀ ਹੈ ਤੇ ਮੇਰਾ ਦਿਲ ਕਰਦਾ ਹੈ ਕਿ
ਧਰਤੀ ਫਟ ਜਾਏ ਤੇ ਉਹਦੇ ਅੰਦਰ ਸਮਾ ਜਾਵਾਂ। ਘਰ ਦੀ ਹਰ ਸ਼ੋਅ ਦੀ ਤਰ੍ਹਾਂ ਮੈਨੂੰ ਆਪਣੇ ਆਪ ਤੋਂ ਕਚਿਆਣ ਆ ਰਹੀ ਹੈ, ਜਿੱਦਾਂ ਕਿ ਮੇਰੇ ਵਿਰਧ ਝੁਰੜੀਆਂ ਨਾਲ ਭਰੇ ਸਰੀਰ ਵਿੱਚ ਕੋਈ ਖੂਨ ਪੀਣੀ ਚੋਕਾਂ ਚੱਲ ਰਹੀਆਂ ਹੋਣ। ਰਾਤ ਦਾ ਪਤਾ ਨਹੀਂ ਕਿਉਂ ਇੰਨੀ ਲੰਬੀ, ਇੰਨੀ ਡਰਾਉਣੀ ਲੱਗ ਰਹੀ ਹੈ। ਪਤਾ ਨਹੀਂ ਮਾਂ ਨੂੰ ਕੀ ਸੋਚ ਕੇ ਮੇਰਾ ਨਾਂ ਰਾਣੀ ਰੱਖਿਆ ਹੋਣਾ ਹੈ। ਮੈਂ ਤਾਂ ਉਮਰ ਗੋਲੀ ਦੀ ਜੂਨ ਹੰਢਾਈ ਹੈ, ਕਦੇ ਤੇਰੇ ਪਿਓ ਤੇ, ਕਦੇ ਭਰਾਵਾਂ ਦੀ ਗੋਲੀ, ਕਦੇ ਲਾਵਾਂ ਲੈਣ ਵਾਲੇ ਦੀ ਗੋਲੀ, ਤੇ ਕਾੜੇ ਮਾੜੀ ਕਿਸਮ ਨੂੰ ਧੌਲਿਆਂ ਦੇ ਉਮਰ ਗੰਦੀ ਲਾਦ ਦੀ ਗੋਲੀ। ਅਮਨ ਦਾ ਗੱਚ ਭਰਿਆ ਗਿਆ। ਇੱਕ ਵਾਰ ਬਚਪਨ ਤੋਂ ਹੁਣ ਤੱਕ ਦੀ ਮਾਂ ਦੀ ਤਰਸਣ ਜੋ ਝਾਕੀ ਅੱਖਾਂ ਮੂਹਰੇ ਘੁੰਮ ਗਈ। ਆਪਣੇ ਆਪ ਬਹੁਤ ਗੁੱਸਾ ਆਇਆ। ਫਿਰ ਅੱਗੋਂ ਪੜ੍ਹਨਾ ਸ਼ੁਰੂ ਕੀਤਾ। ਹਾਏ ਨੀ ਮਾਏ ਮੇਰੀਏ, ਮਾਏ ਤੂੰ ਮੈਨੂੰ ਜੰਮਦੀ ਨੂੰ ਕਿਉਂ ਨਾ ਮਾਰ ਦਿੱਤਾ। ਘੱਟੋ ਘੱਟ ਮੈਂ ਸਾਰੀ ਉਮਰ ਜ਼ਿੰਦਗੀ ਨਾ ਦੇ ਜ਼ਹਿਰ ਨਾਲ ਹਰ ਘੜੀ ਤਾਂ ਨਾ ਮਰਦੀ। ਤੂੰ ਤਾਂ ਮਾਏ ਬਿਨਾਂ ਮੈਨੂੰ ਪੁੱਛੇ ਦੱਸੇ ਇੱਕ ਕਮੀਨੇ ਬੰਦੇ ਨਾਲ ਮੈਨੂੰ ਤੋਰਤਾ, ਜਿਹਨੇ ਮੇਰੀ ਚਾਵਾਂ ਵਾਲੀ ਉਮਰ ਨੂੰ ਸੱਪ ਵਾਂਗ ਡੱਸ ਲਿਆ, ਮੈਨੂੰ ਜਿੰਦਾ ਲਾਸ਼ ਬਣਾ ਦਿੱਤਾ। ਮਰ ਤਾਂ ਮੈਂ ਉਸੇ ਦਿਨ ਗਈ ਸੀ ਮਾਂ, ਜਦ ਕੋੜੀ ਕੰਜਰ ਨੇ ਮੇਰੇ ਦਿਲ ਦੀ ਬੋਟ ਨੂੰ ਦੁੱਧ ਦੇ ਉਮਰੇ ਨਿਗਲ ਲਿਆ ਸੀ। ਮੈਂ ਕਿਹਨੂੰ ਦੱਸਦੀ ਮਾਏ, ਉਹ ਵੈਸ਼ੀ ਦਰਿੰਦੇ ਨੇ ਪਿਓ ਧੀ ਦੇ ਪਾਕ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਤੇ ਉਹ ਬਾਲੜੀ ਦੁਨੀਆ ਨੂੰ ਅਲਵਿਦਾ ਕਹਿ ਗਈ। ਅਮਨ ਦੇ ਪੈਰੋਂ ਹੇਠੋਂ ਜ਼ਮੀਨ ਨਿਕਲ ਗਈ। ਅੱਖਾਂ ਅੱਗੇ ਹਨੇਰਾ ਛਾ ਗਿਆ, ਸਾਹ ਉਖੜਨ ਲੱਗਾ। ਕੁਝ ਚਿਰ ਬਾਅਦ ਸੁਰਤ ਪਰਤੀ ਤਾਂ ਹਿੰਮਤ ਜੁਟਾ ਕੇ ਪੜ੍ਹਨਾ ਸ਼ੁਰੂ ਕੀਤਾ। ਦਿਲ ਤਾਂ ਕੀਤਾ ਸੀ ਕੁਝ ਖਾ ਕੇ ਮਰ ਮੁੱਕ ਜਾਵਾਂ, ਪਰ ਆਪਣੇ ਜਿਗਰ ਦੇ ਟੋਟੇ ਖਾਤਰ ਬੇਵੱਸ ਹੋ ਕੇ ਰਹਿ ਗਈ। ਰੱਬ ਨੇ ਵੀ ਖੌਰੇ ਮੇਰੇ ਲਈ ਸੌਖੀ ਮੌਤ ਨਹੀਂ ਸੀ ਲਿਖੀ। ਹਲੇ ਤਾਂ ਕਿਸਮਤ ਨੇ ਆਖਰੀ ਬ੍ਰਹਮ ਅਸਤਰ ਸਾਂਭੀ ਰੱਖਿਆ ਸੀ। ਦੋ ਅੱਜ ਮੇਰੇ ਢਿੱਡੋਂ ਜੰਮੇ ਨੇ ਸਿੱਧੇ ਵਗਾ ਕੇ ਮਾਰਿਆ। ਨਿਕਲਿਆ ਉਹ ਵੀ ਰਾਖਸ਼ ਦਾ ਗੰਦਾ ਖੂਨ ਹੀ। ਹਾਏ ਮਾਂ ਪੁੱਤ ਦੇ ਰਿਸ਼ਤੇ ਨੂੰ ਦਾਗ ਲਾਉਣ ਲੱਗਾ ਸੀ। ਮੇਰੀ ਕੁੱਖੋਂ ਜੰਮਿਆ ਮੇਰਾ ਜਿਗਰ ਦਾ ਟੋਟਾ ਅੱਜ ਕਾਮ ਦਾ ਟੋ ਆ ਮਮਨ ਦੀ ਅੱਖ ਅੱਗੇ ਹਨੇਰਾ ਛਾ ਗਿਆ। ਡੈਰੀ ਹੱਥੋਂ ਛੁੱਟ ਗਈ, ਨਾਲ ਹੀ ਇੱਕ ਲੰਬੀ ਚੀਕ ਚੌਂ ਪਾਸੇ ਫੈਲ ਗਈ। ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ।